ਕੈਪਟਨ ਥਾਪਰ ਜੀ ਮਕਾਨ ਦੀ ਸੀ ਤਸਵੀਰਾਂ ਦਿਖਾਈਆਂ ਨੇ। ਸਰਕਾਰਾਂ ਉਦੋਂ ਹੀ ਯਾਦ ਕਰਦੀਆਂ ਨੇ ਜਦੋਂ ਉਹਨਾਂ ਦੇ ਜਨਮ ਦਿਨ ਹੁੰਦੇ ਨੇ ਜਾਂ ਸ਼ਹੀਦੀ ਦਿਹਾੜੇ ਹੁੰਦੇ ਨੇ। ਇੱਥੇ ਸਿਰਫ ਜਿਹੜੀ ਹੈ मैं गवर्नर भी देखे है, कई सेंटर तो मिनिस्टर भी देखे है, वो आते असं उन्होंने मैमोरेंडम देने हैं, उस तो बाद चले जाते हैं। जो उन्होंने बाद संपर्क करने की कोशिश करे, कोई संपर्क नहीं करता। साडी सुनवाई नहीं होती किते भी। असी बिल भी बिजली का बिल असी दे रहे हैं, मोन्यूमेंट क्लर्क इत्थे बिठाया होया है। ਬਿਠਾਇਆ ਗਿਆ ਤਾਂ ਬਿਜਲੀ ਦਾ ਬਿੱਲ ਤੁਸੀਂ ਦੇ ਰਹੇ ਹੋ ਕਿ ਸਰਕਾਰ? देखो सर ਅਸੀਂ ਦੇ ਰਹੇ ਹਾਂ ਜੀ, ਇਹਨਾਂ ਨੇ ਤਾਂ ਦਿੱਤਾ ਹੀ ਨਹੀਂ ਸੀਗਾ, ਉਹ ਕੱਟਣ ਆ ਗਏ ਸੀ, ਫਿਰ ਅਸੀਂ ਦਿੱਤਾ। 1999 ਦੇ ਵਿੱਚ ਪਹਿਲੀ ਵਾਰ ਇੱਥੇ ਅਸੀਂ ਆਪਣੇ ਬਚਪਨ 'ਚ ਦੇਖਿਆ, ਇੱਥੇ ਮੇਲਾ ਲੱਗ ਗਿਆ ਕਿ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਸੀ, ਕਿਉਂਕਿ ਰਾਜ ਬੱਬਰ ਆਇਆ ਸੀ ਇੱਥੇ। ਉਹ ਵੀ ਇਸ ਕਰਕੇ ਆਇਆ ਸੀ ਕਿ ਉਹਨਾਂ ਨੇ ਆਪਣੀ ਪਿਕਚਰ ਬਣਾਉਣੀ ਸੀ, ਉਹਨਾਂ ਨੇ ਵੀ ਆਪਣਾ ਬੈਨੀਫਿਟ ਲੈਣਾ ਸੀ। ਕੋਈ ਉਹਨਾਂ ਨੂੰ ਇੱਕ ਕਹਿੰਦੇ ਨੇ ਇਮੋਸ਼ਨਸ ਜੁੜੇ ਹੋਏ, ਇਮੋਸ਼ਨ ਨਾਮ ਦੀ ਚੀਜ਼ ਨਹੀਂ ਸੀ ਉਹਨਾਂ ਲਈ ਵੀ। उन्होंने अपनी पिक्चर बनाई, पिक्चर कामयाब हुई तो लेजेंड भगत सिंह, उस तो बाद 2001 के विच फिर इत्थे आए, वो भी अनाउंस करके कि मैं इत्थे करोड़ रुपया लाऊंगा। वो अज तक नहीं आया, हवा च ही रह गया करोड़ रुपया। मैं कहना जी तुसी सरकार दा एक नुमाइंदा इत्थे आंदा दस दो, इत्थे बुलाना पैंदा। मैं छोटे होंदे सुनिया है कि इत्थे बेअंत सिंह जी जरूर आए सीगे ते उन्हां नाल उस टाइम MP हुंदे सीगे गुरचरण सिंह गालब जी, उन्होंने भी बड़ी जद्दोजहद कीती सी कि मकान खाली कराया जाए। सरकार नूं सोचना चाहिए। असीं तां कहने आ कैप्टन साहब तुसीं आके एक बार आप तां देखो, तुहाडे परिवार चों कोई शहीद होया हुंदा तां तुहानूं पता लगदा शहीद दा दुख की हुंदा। ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਨੂੰ ਸਰਕਾਰ ਉਸ ਵੇਲੇ ਯਾਦ ਕਰਦੀ ਆ ਜਦੋਂ ਉਹਨਾਂ ਦਾ ਜਨਮ ਦਿਨ ਹੁੰਦਾ ਵਾ ਜਾਂ ਕੋਈ ਸ਼ਹੀਦੀ ਦਿਹਾੜਾ ਹੁੰਦਾ ਵਾ। ਸਰਕਾਰ ਉਹਨਾਂ ਦੇ ਸਥਾਨ ਤੇ ਜਾਂਦੀ ਆ, ਉੱਥੇ ਜਾ ਕੇ ਫੁੱਲ ਚੜਾਉਂਦੀ ਆ, ਸ਼ਰਧਾਂਜਲੀਆਂ ਦਿੰਦੀ ਆ। ਪਰ ਉਸ ਤੋਂ ਬਾਅਦ ਉਹਨਾਂ ਦੇ ਸਥਾਨ ਦਾ ਕੀ ਹਾਲ ਹੁੰਦਾ ਵਾ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ। ਸੋ ਇਸ ਵਕਤ ਮੈਂ ਲੁਧਿਆਣਾ ਦੇ ਸੁਖਦੇਵ ਥਾਪਰ ਦੇ ਘਰ ਦੇ ਬਾਹਰ ਖੜਾ ਵਾਂ। ਸੋ ਇਹ ਸੁਖਦੇਵ ਥਾਪਰ ਦਾ ਘਰ ਆ, 150 ਸਾਲ ਪੁਰਾਣਾ ਇਹ ਘਰ ਆ। 15 ਮਈ 1907 ਨੂੰ ਸੁਖਦੇਵ ਥਾਪਰ ਦਾ ਜਨਮ ਇਸੇ ਘਰ ਦੇ ਵਿੱਚ ਹੋਇਆ। ਇਹ ਮਕਾਨ ਜਿਹੜਾ ਵਾ 70 ਗਜ ਦੇ ਵਿੱਚ ਬਣਿਆ ਹੋਇਆ ਵਾ। ਸੋ 3 ਮੰਜ਼ਲੀ ਇਹ ਮਕਾਨ ਆ। 4 ਸਾਲ ਦੇ ਸਨ ਸੁਖਦੇਵ ਥਾਪਰ ਤਾਂ ਉਹ ਇਹ ਘਰ ਛੱਡ ਕੇ ਲਾਹੌਰ ਆਪਣੀ ਮਾਤਾ ਜੀ ਰਲੀ ਦੇਵੀ ਨਾਲ ਚਲੇ ਗਏ। ਸੋ ਇੱਥੇ ਵੀ ਦੱਸਦਾ ਕਿ ਜਦੋਂ ਸੁਖਦੇਵ ਥਾਪਰ 3 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਜੀ ਰਾਮ ਲਾਲ ਜੀ ਦਾ ਦੇਹਾਂਤ ਹੋ ਗਿਆ ਸੀਗਾ। ਸੋ ਉਸ ਤੋਂ ਬਾਅਦ ਆਪਣੀ ਮਾਤਾ ਜੀ ਦੇ ਨਾਲ 4 ਸਾਲ ਦੀ ਉਮਰ 'ਚ ਆਪਣੀ ਮਾਤਾ ਜੀ ਦੇ ਨਾਲ ਰਲੀ ਦੇਵੀ ਦੇ ਨਾਲ ਅਤੇ ਅੰਕਲ ਚਿੰਤਰਾਮ ਦੇ ਨਾਲ ਲਾਹੌਰ ਚਲੇ ਗਏ। ਸੋ ਅੱਜ ਵੀ ਇਹ ਮਕਾਨ ਉਹਨਾਂ ਦੇ ਚਾਚਾ ਜੀ ਮੁਲਖ ਰਾਜ ਦੇ ਨਾਮ ਤੇ ਜਿਹੜਾ ਵਾ ਦੱਸਿਆ ਜਾ ਰਿਹਾ ਵਾ। ਸੋ ਉਸ ਤੋਂ ਬਾਅਦ ਕੇਅਰ ਟੇਕਰ ਜਿਹੜੀ ਸੂਦ ਫੈਮਿਲੀ ਸੀਗੀ ਉਹਨਾਂ ਕੋਲ ਇਹ ਸਥਾਨ ਸੀਗਾ। ਸੋ ਜਿਵੇਂ ਕਿ ਤਸਵੀਰਾਂ ਤੁਹਾਨੂੰ ਦੱਸਿਆ ਕਿ ਅਸੀਂ ਹਾਲਾਤ ਦਿਖਾਵਾਂਗੇ। ਸਰਕਾਰਾਂ ਉਸ ਵੇਲੇ ਯਾਦ ਕਰਦੀਆਂ ਨੇ ਜਦੋਂ ਸ਼ਹੀਦਾਂ ਦੇ ਜਨਮ ਦਿਨ ਹੁੰਦੇ ਨੇ ਜਾਂ ਉਹਨਾਂ ਦੀ ਸ਼ਹੀਦੀ ਦਿਹਾੜਾ ਹੁੰਦਾ ਵਾ, ਉਸ ਵੇਲੇ ਯਾਦ ਕੀਤਾ ਜਾਂਦਾ। ਸੋ ਹਾਲਾਤ ਦੇਖ ਸਕਦੇ ਹੋ, ਇਹ ਚੌੜੇ ਬਾਜ਼ਾਰ ਦੇ ਵਿੱਚ ਨੌਕਰਾ ਮੁਹੱਲਾ ਵਾ ਜਿੱਥੇ ਸੁਖਦੇਵ ਥਾਪਰ ਦਾ ਸਥਾਨ ਆ। ਸੋ ਬਾਹਰ ਗੰਦਗੀ ਦੇ ਢੇਰ ਲੱਗੇ ਹੋਏ ਨੇ। ਸੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾਵਾਂਗੇ। ਸੋ ਇੱਥੇ ਹਰ ਸਾਲ ਸਮਾਗਮ ਜਿਹੜਾ ਵਾ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ ਵੱਲੋਂ ਜਿਹੜਾ ਵਾ ਕਰਾਇਆ ਜਾਂਦਾ ਵਾ। ਸੋ ਉਹਨਾਂ ਦੇ ਜਿਹੜੇ ਵੰਸ਼ਜ ਨੇ ਉਹ ਇੱਥੇ ਸਮਾਗਮ ਕਰਾਉਂਦੇ ਨੇ। ਹਰ ਸਾਲ ਵੱਡਾ ਸਮਾਗਮ ਜਿਹੜਾ ਵਾ ਕੀਤਾ ਜਾਂਦਾ ਵਾ। ਸੋ ਤੁਸੀਂ ਹਾਲਾਤ ਦੇਖ ਸਕਦੇ ਹੋ। ਸੋ ਕਿਸ ਤਰ੍ਹਾਂ ਇਸ ਮਕਾਨ ਦੀ ਜਿਹੜੀ ਖਸਤਾ ਹਾਲਤ ਹੋਈ ਆ। ਸੋ ਬਾਹਰਲੀ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਸੋ 2013 ਦੇ ਵਿੱਚ ਸਰਕਾਰ ਨੇ ਆਪਣੇ ਹੱਥ ਵਿੱਚ ਇਸ ਮਕਾਨ ਨੂੰ ਲਿੱਤਾ ਸੀਗਾ। ਸੋ ਇੱਥੇ ਇੱਕ ਕੇਅਰ ਟੇਕਰ ਜਿਹੜਾ ਵਾ ਬਿਠਾਇਆ ਗਿਆ ਸੀਗਾ।
ਸੋ ਅੱਜ ਇਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਇਸ ਮਕਾਨ ਦੀ ਜਿਹੜੀ ਆ ਖਸਤਾ ਹਾਲਤ ਆ। ਸ਼ਹੀਦਾਂ ਨੂੰ ਸਿਰਫ ਜਨਮ ਦਿਨ ਤੇ ਜਾਂ ਸ਼ਹੀਦੀ ਦਿਹਾੜੇ ਤੇ ਯਾਦ ਕਰਨਾ ਸਰਕਾਰਾਂ ਯਾਦ ਰੱਖਦੀਆਂ ਨੇ, ਪਰ ਉਸ ਤੋਂ ਬਾਅਦ ਉਹਨਾਂ ਦੇ ਸਥਾਨ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਮਕਾਨ ਦੀ ਖਸਤਾ ਹਾਲਤ ਆ। ਸੋ ਬਾਹਰ ਸੁਖਦੇਵ ਥਾਪਰ ਦਾ ਸਟੈਚੂ ਲੱਗਾ ਹੋਇਆ ਵਾ। ਸੋ ਇਸ ਸਟੈਚੂ ਨੂੰ ਵੀ ਸੁਖਦੇਵ ਜਿਹੜਾ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ ਆ ਉਹਨਾਂ ਨੇ 2000 ਦੇ ਵਿੱਚ ਇੱਥੇ ਸਟੈਚੂ ਲਵਾਇਆ ਸੀਗਾ। ਸੋ ਇਸ ਤੋਂ ਪਹਿਲਾਂ ਇਸ ਦੀ ਹਾਲਤ ਵੀ ਜਿਹੜੀ ਖਰਾਬ ਸੀ, ਇਸ ਦੇ ਆਸ-ਪਾਸ ਗੰਦਗੀ ਦੇ ਢੇਰ ਲੱਗੇ ਸੀ। ਜਦੋਂ ਅਸੀਂ ਇਸ ਮਕਾਨ ਦੀ ਸਟੋਰੀ ਕਰਨ ਲੱਗੇ, ਇਸ ਦੇ ਸ਼ਾਰਟਸ ਲੈ ਰਹੇ ਸੀਗੇ, ਤਾਂ ਉਸ ਵਕਤ ਇੱਥੇ ਗੰਦਗੀ ਦੇ ਢੇਰ ਅੰਦਰ ਮਕਾਨ ਦੇ ਜਿਹੜੇ ਆ ਜਾਲੇ ਔਰ ਗੰਦਗੀ ਸੀਗੀ। ਸੋ ਜੋ ਕੇਅਰ ਟੇਕਰ ਬਿਠਾਏ ਗਏ ਨੇ ਉਹਨਾਂ ਵੱਲੋਂ ਹੁਣ ਇਸ ਮਕਾਨ ਦੀ ਜਿਹੜੀ ਆ ਸਫਾਈ ਕੀਤੀ ਗਈ ਕੈਮਰਾ ਦੇਖ ਕੇ। ਸੋ ਅੰਦਰਲੀ ਹੁਣ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਸੋ ਇਹ ਮਕਾਨ ਜਿਹੜਾ ਵਾ ਸੁਖਦੇਵ ਥਾਪਰ ਦਾ ਜਨਮ ਸਥਾਨ ਹੈ। ਇੱਥੇ ਸੁਖਦੇਵ ਥਾਪਰ ਦਾ 15 ਮਈ 1907 ਨੂੰ ਜਨਮ ਹੋਇਆ ਵਾ। ਸੋ ਅੰਦਰ ਕੇਅਰ ਟੇਕਰ ਬੈਠੇ ਨੇ, ਜੋ ਸੁਖਦੇਵ ਥਾਪਰ ਦੇ ਵੰਸ਼ਜ ਨੇ ਉਹ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਸੋ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਮਕਾਨ ਦੀ ਜੋ ਹਾਲਤ ਹੈ। ਸੋ ਪੂਰੀ ਤਰ੍ਹਾਂ ਸਲਾਬ ਨਾਲ ਇਹ ਮਕਾਨ ਜਿਹੜਾ ਵਾ ਭਰਿਆ ਹੋਇਆ ਵਾ। ਜਿਹੜਾ ਪੇਂਟ ਆ ਉਸਦਾ ਪੇਂਟ ਵੀ ਜਿਹੜਾ ਵਾ ਉਤਰ ਚੁੱਕਾ ਵਾ। ਸੋ ਸ਼ਹੀਦਾਂ ਦੇ ਨਾਮ ਤੇ ਵੋਟਾਂ ਲਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਯਾਦ ਕੀਤਾ ਜਾਂਦਾ ਵਾ, ਪਰ ਉਸ ਤੋਂ ਬਾਅਦ ਉਹਨਾਂ ਨੂੰ ਭੁਲਾ ਦਿੱਤਾ ਜਾਂਦਾ ਵਾ। ਸੋ ਇੱਕ ਦੂਸਰੀ ਤਰਫ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਸੋ ਹਾਲਾਤ ਤੁਹਾਨੂੰ ਦਿਖਾ ਰਹੇ ਕਿਸ ਤਰ੍ਹਾਂ ਦੇ ਹਾਲਾਤ ਨੇ। ਸਰਕਾਰਾਂ ਸਿਰਫ ਸ਼ਹੀਦੀ ਦਿਹਾੜੇ ਤੇ ਜਾਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰਦੀਆਂ ਨੇ, ਵੋਟਾਂ ਲਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਨਾਮ ਤੇ, ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਜੋ ਜਨਮ ਸਥਾਨ ਆ ਜਾਂ ਜਿੱਥੇ ਇੱਥੇ ਸ਼ਹੀਦਾਂ ਦੇ ਜਨਮ ਸਥਾਨ ਹੋਏ ਨੇ ਉਸ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ। ਸੋ ਦੂਸਰੀ ਤਰਫ ਤੁਹਾਨੂੰ ਤਸਵੀਰ ਦੂਸਰੇ ਰੂਮ ਦੀ ਦਿਖਾਵਾਂਗੇ। ਸੋ ਇਸੇ ਸਥਾਨ ਤੇ ਜਨਮ ਹੋਇਆ ਵਾ ਸੁਖਦੇਵ ਥਾਪਰ ਦਾ। ਸੋ ਅੰਦਰ ਤਸਵੀਰਾਂ ਲੱਗੀਆਂ ਹੋਈਆਂ ਨੇ। ਨੌਕਰਾ ਮੁਹੱਲਾ ਵਾ, ਚੌੜਾ ਬਾਜ਼ਾਰ। ਸੋ ਸਫਾਈ ਜਿਹੜੀ ਕਰ ਦਿੱਤੀ ਗਈ, ਕੈਮਰੇ ਦੇਖ ਕੇ ਇਸ ਦੀ ਸਫਾਈ ਜਿਹੜੀ ਆ ਕੇਅਰ ਟੇਕਰ ਵੱਲੋਂ ਕੀਤੀ ਗਈ ਆ। ਸੋ ਅੱਜ ਵੀ ਹਾਲਾਤ ਇੱਥੇ ਮਾੜੇ ਨੇ। ਪੂਰੀ ਤਰ੍ਹਾਂ ਮਕਾਨ ਜਿਹੜਾ ਵਾ ਕੰਡਮ ਹੋ ਚੁੱਕਾ ਵਾ। ਸੋ ਗੰਦਗੀ ਦੇ ਢੇਰ ਲੱਗੇ ਹੋਏ ਸੀਗੇ, ਉਹ ਸਾਫ਼ ਕਰ ਦਿੱਤੇ ਗਏ ਨੇ, ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਸੋ ਇਹ ਤਸਵੀਰਾਂ ਤੁਸੀਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਹਾਂ। ਸੋ ਜਿਹੜੇ ਵੰਸ਼ਜ ਨੇ ਦਾਅਵਾ ਕਰਦੇ ਨੇ ਕਿ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਤ੍ਰਿਪੁਨ ਥਾਪਰ ਨੇ, ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਅੱਜ। ਸੋ ਕਿਸ ਤਰ੍ਹਾਂ ਇਹ ਮਕਾਨ ਖਾਲੀ ਕਰਾਇਆ ਗਿਆ ਵਾ। ਤ੍ਰਿਪੁਨ ਥਾਪਰ ਜੀ, ਮਕਾਨ ਦੀ ਅਸੀਂ ਤਸਵੀਰਾਂ ਦਿਖਾਈਆਂ ਨੇ। ਸਰਕਾਰਾਂ ਉਦੋਂ ਯਾਦ ਕਰਦੀਆਂ ਨੇ ਜਦੋਂ ਉਹਨਾਂ ਦੇ ਜਨਮ ਦਿਨ ਹੁੰਦੇ ਨੇ ਜਾਂ ਸ਼ਹੀਦੀ ਦਿਹਾੜੇ ਹੁੰਦੇ ਨੇ। ਕਈ ਥਾਵਾਂ ਤੇ ਜਨਮ ਸਥਾਨ ਨੇ ਸ਼ਹੀਦਾਂ ਦੇ, ਚਾਹੇ ਉਹ ਭਗਤ ਸਿੰਘ ਹੋਣ, ਰਾਜਗੁਰੂ ਹੋਣ, ਸੁਖਦੇਵ ਥਾਪਰ ਹੋਣ, ਹੋਰ ਵੀ ਸ਼ਹੀਦ ਹੈਗੇ ਨੇ, ਉਹਨਾਂ ਦੇ ਜਨਮ ਸਥਾਨ ਹੈਗੇ ਨੇ। ਉਹਨਾਂ ਦੀ ਸਫਾਈ ਨਹੀਂ ਕੀਤੀ ਜਾਂਦੀ। ਉਸ ਤੋਂ ਬਾਅਦ ਸਿਰਫ ਉਹਨਾਂ ਨੂੰ ਸ਼ਹੀਦੀ ਦਿਹਾੜੇ ਤੇ ਜਾਂ ਜਨਮ ਦਿਨ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਵਾ। ਸੋ ਕੀ ਕਹਿਣਾ ਚਾਹੋਗੇ ਮਕਾਨ ਦੇ ਬਾਰੇ? ਥੋੜਾ ਦੱਸੋ ਕਿ ਕਿੰਨਾ ਪੁਰਾਣਾ ਮਕਾਨ ਹੈਗਾ। ਦੇਖੋ ਜੀ, ਜੋ ਸਾਡੇ ਬਜ਼ੁਰਗ ਦੱਸਦੇ ਆ, ਇਹ ਮਕਾਨ ਕਈ 100 ਸਾਲ ਪੁਰਾਣਾ ਮਕਾਨ ਹੈ। ਸੁਖਦੇਵ ਜੀ ਦਾ ਇੱਥੇ ਜਨਮ ਹੋਇਆ। ਆ ਪਿਛਲੇ ਕਮਰੇ 2 ਕਮਰੇ, ਇੱਕ ਪੈਸੇਜ ਹੈ ਇਸ ਮਕਾਨ ਦਾ। ਇਹ ਸ਼ਹਿਰ ਦਾ ਅੰਦਰੂਨੀ ਇਲਾਕਾ ਹੈ, ਨੌਕਰਾ ਮਹੱਲਾ, ਚੌੜਾ ਬਾਜ਼ਾਰ ਦੇ ਨੇੜੇ ਹੈ। ਇੱਥੇ ਸਿਰਫ ਜਿਹੜੀ ਹੈ, ਮੈਂ ਗਵਰਨਰ ਵੀ ਦੇਖਿਆ ਹੈ, ਕਈ ਸੈਂਟਰ ਤੋਂ ਮਿਨਿਸਟਰ ਵੀ ਦੇਖਿਆ, ਉਹ ਆਉਂਦੇ, ਅਸੀਂ ਉਹਨਾਂ ਨੂੰ ਮੈਮੋਰੈਂਡਮ ਦਿੰਦੇ ਆ, ਉਸ ਤੋਂ ਬਾਅਦ ਚਲੇ ਜਾਂਦੇ ਆ। ਜੇ ਉਹਨਾਂ ਨੂੰ ਬਾਅਦ ਸੰਪਰਕ ਕਰਨ ਦੀ ਕੋਸ਼ਿਸ਼ ਕਰੋ, ਕੋਈ ਸੰਪਰਕ ਨਹੀਂ ਕਰਦਾ। ਤੁਸੀਂ ਹਾਲ ਦੇਖ ਲਓ ਇੱਥੇ। ਅਸੀਂ ਇਸ ਮੋਨੂਮੈਂਟ ਦੇ ਵਿੱਚ ਹਾਈ ਕੋਰਟ ਵੱਲੋਂ ਚੀਫ ਜਸਟਿਸ ਦੇ ਆਰਡਰ ਵੱਲੋਂ ਕੇਅਰ ਟੇਕਰ ਹੈ ਨਾਲ, ਸਾਡੀ ਸੁਣਵਾਈ ਨਹੀਂ ਹੁੰਦੀ ਕਿਤੇ ਵੀ। ਅਸੀਂ ਬਿੱਲ ਵੀ, ਬਿਜਲੀ ਦਾ ਬਿੱਲ ਅਸੀਂ ਦੇ ਰਹੇ ਹਾਂ। ਮੋਨੂਮੈਂਟ ਕਲਰਕ ਇੱਥੇ ਬਿਠਾਇਆ ਹੋਇਆ ਤੇ 2003 ਚ ਸਰਕਾਰ ਨੇ ਜਿਹੜਾ ਵਾ ਆਪਣੇ ਹਵਾਲੇ ਲੈ ਲਿਆ ਸੀਗਾ 2013 ਦੇ ਵਿੱਚ। ਸੋ ਉਸ ਤੋਂ ਬਾਅਦ ਕੇਅਰ ਟੇਕਰ ਇੱਥੇ ਬਿਠਾਇਆ ਗਿਆ। ਤਾਂ ਬਿਜਲੀ ਦਾ ਬਿੱਲ ਤੁਸੀਂ ਦੇ ਰਹੇ ਹੋ ਕਿ ਸਰਕਾਰ? ਦੇਖੋ ਸਰ, ਅਸੀਂ ਦੇ ਰਹੇ ਹਾਂ ਜੀ। ਇਹਨਾਂ ਨੇ ਤਾਂ ਦਿੱਤਾ ਹੀ ਨਹੀਂ ਸੀਗਾ, ਉਹ ਕੱਟਣ ਆ ਗਏ ਸੀ, ਫਿਰ ਅਸੀਂ ਦਿੱਤਾ। ਲਾਸਟ ਵੀ 2 ਸਾਲ ਪੁਰਾਣੀ ਗੱਲ ਹੈ, 23 ਮਾਰਚ ਸਰਕਾਰ ਦੇ ਅੰਡਰ ਹੋ ਗਿਆ ਤੇ ਬਿੱਲ ਤੁਸੀਂ ਕਿਉਂ ਦੇ ਰਹੇ ਹੋ? ਕੀ ਕਰੀਏ ਜੀ, ਸੁਣਵਾਈ ਨਹੀਂ ਹੈਗੀ ਕਿਤੇ ਵੀ। ਦੱਸੋ, ਅਸੀਂ ਆਪਣੇ ਬਜ਼ੁਰਗ ਦੇ ਘਰ ਦੀ, ਅਸੀਂ ਆਪਣੇ ਨੇਰੇ 'ਚ ਰਹਿ ਸਕਦੇ ਹਾਂ? ਪਹਿਲਾਂ ਦੱਸੋ। ਇਹ ਤਾਂ ਫੇਰ ਇੱਕ ਰਾਸ਼ਟਰ ਧਰੋਹਰ ਹੈ। ਜਿਨ੍ਹਾਂ ਨੇ ਦੇਸ਼ ਦੇ ਲਈ ਆਜ਼ਾਦੀ ਦੇ ਦਿੱਤੀ, ਆਪਣੀ ਜਾਨ ਕੁਰਬਾਨ ਕਰਤੀ, ਉਹਨਾਂ ਦੇ ਘਰਾਂ ਨੇਰੇ ਰਹੂਗੀ? ਉਹ ਤਾਂ ਇਹ ਕਹਿ ਕੇ ਗਏ ਸੀ ਪਿੱਛੋਂ ਮੇਰੇ ਵਾਰਸ ਸਾਂਭਣਗੇ। ਸਾਰਾ ਦੇਸ਼ ਹੀ ਉਹਨਾਂ ਦਾ ਵਾਰਸ ਹੈ। ਜੇ ਅਸੀਂ ਨਹੀਂ ਦੇ ਰਹੇ, ਕੋਈ ਹੋਰ ਦੇ ਦੂਗਾ ਕੱਲ ਨੂੰ। ਦੇਣਾ ਤਾਂ ਹੈ ਹੀ ਹੈ। ਸਰਕਾਰ ਨੇ ਤਾਂ ਕੋਈ ਫਰਕ ਹੀ ਨਹੀਂ ਹੈ। ਸਰਕਾਰ ਨੇ ਸਿਰਫ ਵੋਟਾਂ ਹੀ ਰਾਜਨੀਤੀ ਲੈਣੀ ਹੈ ਆਪਣੀ।
ਸੋ ਮਕਾਨ ਜਿਹੜਾ ਵਾ ਜਿਹੜੇ ਜਦੋਂ ਸੁਖਦੇਵ ਥਾਪਰ ਹੋਣੀ ਮਕਾਨ ਛੱਡ ਕੇ ਗਏ ਸੀ ਉਦੋਂ ਕੇਅਰ ਟੇਕਰ ਜਿਹੜੀ ਸੀ। ਦੇਖੋ ਜੀ, ਸੁਖਦੇਵ ਜੀ ਜਦ 5 ਸਾਲ ਦੀ ਉਮਰ ਦੇ ਸੀਗੇ, ਆਪਣੇ ਮਦਰ ਨਾਲ ਉਹਨਾਂ ਦੇ ਫਾਦਰ ਦਾ ਦੇਹਾਂਤ ਹੋ ਗਿਆ ਸੀ ਛੋਟੀ ਉਮਰ ਦੇ ਵਿੱਚ। ਸੁਖਦੇਵ ਜੀ ਦੇ ਜਦ ਸੀਗੇ, ਉਹਨਾਂ ਦੇ ਫਾਦਰ ਐਕਸਪਾਇਰ ਹੋਣ ਤੋਂ ਬਾਅਦ ਉਹਨਾਂ ਦੀ ਮਦਰ ਤੇ ਉਹਨਾਂ ਦੇ ਤਾਇਆ ਜੀ ਅਚਿੰਤ ਰਾਮ ਜੀ ਉਹਨਾਂ ਨੂੰ ਲਾਹੌਰ ਲੈ ਗਏ ਸੀਗੇ। ਉੱਥੇ ਹੀ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ, ਉੱਥੇ ਹੀ ਉਹਨਾਂ ਨੇ HSR ਬਣਾਈ, ਰਿਪਬਲਿਕਨ ਸੋਸ਼ਲ ਆਰਮੀ, ਤੇ ਉੱਥੇ ਹੀ ਉਹ ਭਗਤ ਸਿੰਘ ਨਾਲ ਉਹਨਾਂ ਦਾ ਮੇਲ ਮਿਲਾਪ ਹੋਇਆ ਕਾਲਜ ਦੇ ਵਿੱਚ। ਉੱਥੇ ਹੀ ਉਹਨਾਂ ਨੂੰ ਪ੍ਰੇਰਨਾ ਲਿਖੀ ਕਿ ਅਸੀਂ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣਾ ਹੈ, ਸਾਂਡਰਸ ਨੂੰ ਦੇਸ਼ ਆਜ਼ਾਦ ਕਰਾਉਣਾ। ਤੇ ਉਸ ਤੋਂ ਬਾਅਦ ਜਿਹੜੀ ਸੂਦ ਫੈਮਿਲੀ ਸੀ ਇੱਥੇ ਰਹਿੰਦੀ ਹੈ, ਕਈ ਸਰਕਾਰਾਂ ਅੱਗੇ ਹੱਥ ਜੋੜ ਲਏ ਸਾਡੇ ਬਜ਼ੁਰਗਾਂ ਨੇ ਵੀ, ਇਹ ਮਕਾਨ ਖਾਲੀ ਨਹੀਂ ਹੋ ਰਿਹਾ ਸੀਗਾ। ਕੋਈ ਵੀ ਇੱਥੇ VVIP ਆਉਂਦਾ ਸੀ, ਕੋਈ ਮੰਤਰੀ ਆਉਂਦਾ ਸੀ, ਕੋਈ ਆਉਂਦਾ ਸੀ, ਉਹ ਬਾਹਰੋਂ ਹੀ ਦੇਖ ਕੇ ਚਲੇ ਜਾਂਦਾ ਸੀਗਾ। 1999 ਦੇ ਵਿੱਚ ਪਹਿਲੀ ਵਾਰ ਇੱਥੇ ਅਸੀਂ ਆਪਣੇ ਬਚਪਨ 'ਚ ਦੇਖਿਆ, ਇੱਥੇ ਮੇਲਾ ਲੱਗ ਗਿਆ ਕਿ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਸੀ, ਕਿਉਂਕਿ ਰਾਜ ਬੱਬਰ ਆਇਆ ਸੀ ਇੱਥੇ। ਉਹ ਵੀ ਇਸ ਕਰਕੇ ਆਇਆ ਸੀ ਕਿ ਉਹਨਾਂ ਨੇ ਆਪਣੀ ਪਿਕਚਰ ਬਣਾਉਣੀ ਸੀ, ਉਹਨਾਂ ਨੇ ਵੀ ਆਪਣਾ ਬੈਨੀਫਿਟ ਲੈਣਾ ਸੀ। ਕੋਈ ਉਹਨਾਂ ਨੂੰ ਇੱਕ ਕਹਿੰਦੇ ਨਾ ਇਮੋਸ਼ਨਸ ਜੁੜੇ ਹੋਏ, ਇਮੋਸ਼ਨ ਨਾਮ ਦੀ ਚੀਜ਼ ਨਹੀਂ ਸੀਗੀ ਉਹਨਾਂ ਲਈ ਵੀ। ਉਹਨਾਂ ਨੇ ਆਪਣੀ ਪਿਕਚਰ ਬਣਾਈ, ਪਿਕਚਰ ਕਾਮਯਾਬ ਹੋਈ, ਦ ਲੈਜੈਂਡ ਭਗਤ ਸਿੰਘ। ਉਸ ਤੋਂ ਬਾਅਦ 2001 ਦੇ ਵਿੱਚ ਫਿਰ ਉਹ ਇੱਥੇ ਆਏ, ਉਹ ਵੀ ਅਨਾਉਂਸ ਕਰਕੇ ਕਿ ਮੈਂ ਇੱਥੇ ਕਰੋੜ ਰੁਪਏ ਲਾਉਂਗਾ। ਉਹ ਅੱਜ ਤੱਕ ਨਹੀਂ ਆਇਆ, ਹਵਾ 'ਚ ਹੀ ਰਹਿ ਗਿਆ ਕਰੋੜ ਰੁਪਏ। 2002 ਦੇ ਵਿੱਚ ਇੱਥੇ ਅਸੀਂ ਪ੍ਰਤਿਮਾ ਵਗੈਰਾ ਲਗਾ ਕੇ ਲੋਕੀ ਆਉਣਾ ਸ਼ੁਰੂ ਹੋ ਗਏ, ਲੋਕਾਂ ਨੂੰ ਪਤਾ ਲੱਗ ਗਿਆ ਕਿ ਸੁਖਦੇਵ ਜੀ ਦਾ ਜਿਹੜਾ ਜਨਮ ਸਥਾਨ ਹੈ ਨੌਕਰਾ ਦੇ ਵਿੱਚ ਹੈ। ਉਸ ਤੋਂ ਪਹਿਲਾਂ ਤਾਂ ਇੱਥੇ 5 ਬਜ਼ੁਰਗ ਹੀ ਹੁੰਦੇ ਸਾਡੇ। ਸਭ ਤੋਂ ਪਹਿਲਾਂ ਮਤਲਬ ਜਿਹਨੂੰ ਮੈਂ ਕਹੂੰਗਾ ਕਿ ਆਇਰਨ ਲੇਡੀ ਸੀ ਸਾਡੀ ਪਰਿਵਾਰ ਦੀ, ਉਹ ਸੀਗੀ ਸ਼ਾਂਤਾ ਭੂਆ ਜੀ। ਮੇਰੇ ਫਾਦਰ ਸਾਹਿਬ ਅਸ਼ੋਕ ਥਾਪਰ ਜੀ ਦੀ ਭੂਆ ਜੀ ਸੀਗੇ, ਫਸਟ ਕਜ਼ਨ। ਉਹ ਇੱਥੇ ਆ ਕੇ ਝੰਡਾ ਲਹਿਰਾਉਂਦੇ ਸੀਗੇ। ਬਜ਼ੁਰਗ ਹੁੰਦੇ ਸਾਡੇ ਦਾਦਾ ਹੀ ਹੋਣੀ ਸੀਗੇ ਨਾਲ, ਕੰਵਰ ਲਾਲ ਥਾਪਰ, ਬਨਾਰਸੀ ਦਾਸ ਥਾਪਰ ਜੀ ਸੀਗੇ, ਕੰਵਰ ਲਾਲ ਥਾਪਰ ਜੀ ਸੀਗੇ, ਹੋਰ ਬਜ਼ੁਰਗ ਦੁਰਗਾ ਦਾਸ ਥਾਪਰ ਜੀ, ਵਜ਼ੀਰ ਚੰਦ ਥਾਪਰ ਜੀ ਸੀਗੇ। ਉਹ ਸਾਰੇ ਇੱਥੇ ਝੰਡਾ ਲਹਿਰਾ ਕੇ ਆਪਣਾ ਕਰਮ ਕਰਦੇ ਸੀਗੇ। 2007 ਦੇ ਵਿੱਚ 22 ਮਾਰਚ ਨੂੰ ਇਹ ਮਕਾਨ ਖਾਲੀ ਹੋਇਆ। ਸੂਦ ਫੈਮਿਲੀ ਨੂੰ 5 ਲੱਖ ਰੁਪਏ ਦੇ ਕੇ, ਆ ਮੈਂ ਤੁਹਾਨੂੰ ਐਗਰੀਮੈਂਟ ਵੀ ਦਿਖਾ ਦਿੰਦਾ ਉਹਦਾ। ਆਹ ਐਗਰੀਮੈਂਟ ਸੀਗਾ ਉਸ ਟਾਈਮ ਹੋਇਆ ਉਹਨਾਂ ਤੋਂ ਖਾਲੀ। ਸੂਦ ਫੈਮਿਲੀ ਨਾਲ ਕੀਤਾ, ਸੂਦ ਫੈਮਿਲੀ ਨਾਲ ਹੋਇਆ ਜੀ। ਇੱਥੇ ਸਾਰੇ ਜਿਹੜੇ ਪ੍ਰਸ਼ਾਸਨ ਦੇ 22/3/2007 ਨੂੰ ਉਸ ਐਗਰੀਮੈਂਟ ਦੀ ਤਸਵੀਰਾਂ ਦਿਖਾ ਰਹੇ ਹਾਂ ਕਿ ਜਦੋਂ ਕੇਅਰ ਟੇਕਰ ਸੀ, ਸੂਦ ਫੈਮਿਲੀ ਸੀਗੀ। ਸੋ ਉਹਨਾਂ ਨੂੰ ਜਿਹੜਾ ਵਾ ਮਕਾਨ ਜਦੋਂ ਖਾਲੀ ਕਰਾਇਆ ਗਿਆ ਅਸ਼ੋਕ ਥਾਪਰ ਜੀ ਉਹਨਾਂ ਵੱਲੋਂ, ਸੋ ਇਹ ਕਿੰਨੀ ਪੇਮੈਂਟ ਦੇ ਕੇ ਖਾਲੀ ਕਰਾਇਆ ਸੀ? ਇਹ 3 ਲੱਖ ਰੁਪਏ ਉਹਨਾਂ ਨੂੰ ਦਿੱਤਾ ਸੀਗਾ ਜੀ ਕੈਸ਼, ਤੇ ਉਹਨਾਂ ਨੂੰ ਇੱਕ ਸ਼ਿਮਲਾਪੁਰੀ ਮਕਾਨ ਲੈ ਕੇ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਇਹ ਮਕਾਨ ਦੀ ਰੈਨੋਵੇਸ਼ਨ ਸ਼ੁਰੂ ਹੋ ਗਈ ਟਰਸਟ ਵੱਲੋਂ। ਜਿਹੜਾ ਇਹ ਟਰਸਟ ਹੈ, ਇਹ ਪਰਿਵਾਰਿਕ ਸਦੱਸਿਆਂ ਦਾ ਟਰਸਟ ਹੈ। ਉਸ ਤੋਂ ਬਾਅਦ ਇਹ ਮਕਾਨ ਲੋਕੀ ਆਣਾ ਜਾਣਾ ਸ਼ੁਰੂ ਹੋ ਗਏ। ਨੈਸ਼ਨਲ ਲੈਵਲ ਦੇ ਇੱਥੇ ਜਿਹੜੇ ਫੰਕਸ਼ਨ ਹੈ ਉਹ ਟਰਸਟ ਵੱਲੋਂ ਕਰਾਏ ਜਾਂਦੇ ਸੀਗੇ। ਸ਼ਹਿਰ ਦੇ ਲੋਕ, ਪੰਜਾਬ ਦੇ ਵਿੱਚ, ਦੇਸ਼ ਭਰ ਤੋਂ, ਦੁਨੀਆ ਭਰ ਤੋਂ NRI ਵੀ ਇੱਥੇ ਆਉਣ ਲੱਗ ਗਏ। 2011 ਦਸੰਬਰ ਦੀ ਗੱਲ ਹੈ, ਮੈਨੂੰ ਯਾਦ ਹੈ, ਰਾਹੁਲ ਤਿਵਾੜੀ ਜੀ ਇੱਥੇ DC ਸਾਹਿਬ ਸੀਗੇ। ਉਹਨਾਂ ਤੇ ਕੰਡੈਮਡ ਲੱਗ ਗਈ। ਉਹਨਾਂ ਤੇ ਕੰਡੈਮਡ ਕਿਉਂ ਲੱਗੀ ਸੀਗੀ? ਇੱਕ ਬੰਦੇ ਨੇ ਰਿਟ ਕੀਤੀ ਸੀਗੀ, ਜਿੰਨੇ ਵੀ ਇਤਿਹਾਸਿਕ ਜਗ੍ਹਾ ਪੰਜਾਬ ਦੇ ਵਿੱਚ, ਉਹ ਪੰਜਾਬ ਗਵਰਨਮੈਂਟ ਕੇਅਰ ਟੇਕ ਕਰੇ ਤੇ ਉਹਦੀ ਦੇਖਭਾਲ ਕਰੇ। ਉਹਦੇ ਵਿੱਚ ਮੈਂ ਤੁਹਾਡੇ ਕੈਮਰਾਮੈਨ ਨੂੰ ਬੇਨਤੀ ਕਰੂੰਗਾ, ਆਹ ਦਿਖਾ ਦੇ, ਐਂਸੈਸਟਰਲ ਹਾਊਸ ਆਫ ਸ਼ਹੀਦ ਸੁਖਦੇਵ ਥਾਪਰ, ਠੀਕ ਹੈ। ਉਹਦੇ ਵਿੱਚ ਕਿਲ੍ਹਾ ਵੀ ਸੀਗਾ ਜਿਹੜਾ ਹੈਗਾ। ਤੇ ਉਹਦੇ ਵਿੱਚ ਸਾਨੂੰ ਫਿਰ ਹਾਈ ਕੋਰਟ ਮੂਵ ਕਰਨਾ ਪਿਆ, ਕਿਉਂਕਿ ਜਿਸ ਚੀਜ਼ ਦੇ ਨਾਲ ਸਾਡੇ ਬਜ਼ੁਰਗਾਂ ਨੇ ਇੱਥੇ ਮਿਹਨਤ ਆਪਣੀ ਪੂਰੀ ਜ਼ਿੰਦਗੀ ਦੀ ਲਾਤੀ, ਇਹਨੂੰ ਖਾਲੀ ਕਰਾਉਣ ਲਈ ਕੋਈ ਮੰਤਰੀ ਨਹੀਂ ਆਇਆ, ਕੋਈ ਸੰਤਰੀ ਨਹੀਂ ਆਇਆ, ਇਲਾਕੇ ਦਾ ਕਾਉਂਸਲਰ ਨੇ ਸਾਡਾ ਸਾਥ ਨਹੀਂ ਦਿੱਤਾ ਸੀ ਉਸ ਟਾਈਮ। ਚਲੋ ਇਹ ਖਾਲੀ ਹੋ ਗਈ ਜਗ੍ਹਾ, ਅਸੀਂ ਹਾਈ ਕੋਰਟ ਮੂਵ ਕਰ ਗਏ। ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਦੇ ਆਰਡਰ 1.5 ਸਾਲ ਬਾਅਦ ਆਉਂਦੇ ਆ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸੂੰਗਾ, ਲੋਹੜੀ ਤੋਂ 2 ਦਿਨ ਬਾਅਦ ਇੱਥੇ ਭਾਰੀ ਫੋਰਸ 500 ਪੁਲਿਸ ਫੋਰਸ ਸੀਗੀ, ਜਿਨ੍ਹਾਂ ਨੇ ਇੱਥੇ ਤਾਲਾ ਤੋੜ ਕੇ ਸਰਕਾਰ ਦਾ ਤਾਲਾ ਲਾ ਦਿੱਤਾ ਸੀਗਾ ਤੇ ਚਾਬੀਆਂ ਹਾਈ ਕੋਰਟ 'ਚ ਦਿਖਾਤੀਆਂ ਸੀਗੀਆਂ ਕਿ ਅਸੀਂ ਕਬਜ਼ਾ ਲੈ ਲਿਆ। ਬਟ ਸਾਡੇ ਇੱਥੇ ਇਮੋਸ਼ਨ ਜੁੜੇ ਆ ਅੱਜ ਵੀ ਕੋਈ ਸਰਕਾਰੀ ਫੰਕਸ਼ਨ ਨਹੀਂ ਹੁੰਦਾ ਇੱਥੇ, ਸਾਡੇ ਵੱਲੋਂ ਹੀ ਪ੍ਰੋਗਰਾਮ ਕਰਾਇਆ ਜਾਂਦਾ ਹੈ। ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਇੱਕ ਕਮੇਟੀ ਬਣਾਤੀ ਜੀ ਚੀਫ ਜਸਟਿਸ ਦੇ ਆਰਡਰ ਨਾਲ। ਆਹ ਉਹਦੀ ਰਿਪੋਰਟ ਹੈ, ਐਂਸੈਸਟਰਲ ਹਾਊਸ ਆਫ ਸ਼ਹੀਦ। ਇਹ 81 ਲੱਖ ਰੁਪਇਆ ਸੈਂਟਰਲ ਗਵਰਨਮੈਂਟ ਵੱਲੋਂ ਪਾਸ ਕੀਤਾ ਗਿਆ ਸੀ। ਉਸ ਟਾਈਮ ਕਾਂਗਰਸ ਸਰਕਾਰ ਸੀਗੀ। ਸੈਂਟਰਲ ਗਵਰਨਮੈਂਟ ਨੇ ਪਾਸ ਕਰਤਾ ਕਿ ਤੁਸੀਂ ਇੱਥੇ ਪੈਸੇ ਨਹੀਂ ਲਗਾਣੇ। 2013 ਦੀ ਗੱਲ, 2013 ਜੂਨ ਦੀ ਗੱਲ ਹੈ, ਜੂਨ ਜੁਲਾਈ ਦੀ ਗੱਲ ਹੈ। ਉਹਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਕਿ ਪੈਸੇ ਤੁਸੀਂ ਨਹੀਂ ਲਗਾਣੇ, ਗਵਰਨਮੈਂਟ ਲਗਾਊਗੀ ਪੈਸੇ। ਅਸੀਂ ਕਿਹਾ ਠੀਕ ਹੈ ਜੀ। ਕੀ ਡਿਮਾਂਡ ਰੱਖੀ ਗਈ ਸੀ ਸਾਡੇ ਵੱਲੋਂ ਇਹ ਕਿ ਦੇਖਭਾਲ ਨਹੀਂ ਹੁੰਦੀ, ਕੋਈ ਆਉਂਦਾ ਨਹੀਂ, ਕੋਈ ਪੁੱਛਦਾ ਨਹੀਂ, ਤੇ ਉਹਨਾਂ ਨੇ ਸਾਨੂੰ ਇਹਦੇ ਵਿੱਚ ਐਸੋਸੀਏਟ ਕਰਤਾ। ਉਹਦੇ ਵੀ ਡਾਕੂਮੈਂਟ ਆਪਣੇ ਕੋਲ ਹੈਗੇ ਆ। ਉਸ ਤੋਂ ਬਾਅਦ ਇੱਕ ਕਮੇਟੀ ਬਣਾਤੀ ਗਈ ਜੀ ਇੱਥੇ ਲੁਧਿਆਣੇ ਦੀ, ਜਿਹਦੇ ਵਿੱਚ ਤਹਿਸੀਲਦਾਰ ਚੇਅਰਮੈਨ ਹੋਣਗੇ, ਥਾਪਰ ਪ੍ਰੈਜ਼ੀਡੈਂਟ ਸ਼ਹੀਦ ਸੁਖਦੇਵ ਥਾਪ ਉਹਦੇ ਮੈਂਬਰ ਹੋਣਗੇ। ਇੱਥੇ ਮੋਨੂਮੈਂਟ ਕਲਰਕਸ ਦਾ ਮੀਹਾ ਸਿੰਘ, ਤੇ ਹਰ ਮਹੀਨੇ ਇਹਦੀ ਮੀਟਿੰਗ ਹੁੰਦੀ ਸੀ 30 ਤਰੀਕ ਨੂੰ, ਜਿਹੜੀ ਕਿ ਉਸ ਟਾਈਮ ਮੀਟਿੰਗਾਂ ਹੋਈਆਂ। ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ। ਅੱਜ DC ਸਾਹਿਬ ਵਰਿੰਦਰ ਸ਼ਰਮਾ 13 ਤੋਂ ਲੈ ਕੇ ਕਿੰਨੀ ਦੇਰ ਤੱਕ ਮੀਟਿੰਗਾਂ ਚੱਲਦੀਆਂ ਰਹੀਆਂ?
ਇਹ 15-16 ਤੱਕ ਮੀਟਿੰਗਾਂ ਜਦ ਤੱਕ ਇਸ ਘਰ ਦਾ ਰੈਨੋਵੇਸ਼ਨ ਹੁੰਦੀ ਰਹੀ ਹੈ, ਕਿਉਂਕਿ ਇਹਨਾਂ ਨੇ ਦਰਵਾਜ਼ੇ ਵਗੈਰਾ ਆਪਣੇ ਰੈਨੋਵੇਟ ਕੀਤੇ ਆ, ਬਾਲੇ ਵਗੈਰਾ ਰੈਨੋਵੇਟ ਕੀਤੇ ਆ। ਇਹ ਚੂਨ ਖਸਤਾ ਹਾਲਤ ਸੀਗੀ ਉਦੋਂ, ਖਤਮ ਹੋ ਗਏ ਸੀ ਬਾਲੇ। ਜਿਹੜੇ ਇਹਨੂੰ ਰਿਪੇਅਰ ਚਾਹੀਦੀ ਸੀ ਰਿਪੇਅਰ ਕਰਤੇ ਇਹਨਾਂ ਨੇ, ਜਿਹੜੇ ਨਵੇਂ ਲਾਣੇ ਸੀ ਨਵੇਂ ਲਾਤੇ। ਉਸ ਤੋਂ ਬਾਅਦ ਦੀਵਾਰ ਤੁਸੀਂ ਦੁਬਾਰਾ ਦੇਖੋਗੇ 3-3 ਫੁੱਟ ਦੀਆਂ ਦੀਵਾਰਾਂ ਤੇ ਤਰੇੜਾਂ ਵੀ ਆਣੀਆਂ ਸ਼ੁਰੂ ਹੋ ਗਈਆਂ ਨੇ। ਦੇਖੋ ਪੁਰਾਣੇ ਮਕਾਨ ਹੈ, ਅਸੀਂ ਵੀ ਜਿਸ ਮਕਾਨ 'ਚ 150 ਸਾਲ ਪੁਰਾਣਾ ਮੇਰਾ ਮਕਾਨ ਹੈ, ਠੀਕ ਹੈ ਨਾ, ਮੇਰੇ ਫਾਦਰ ਸਾਹਿਬ ਦੇ ਉਸ ਮਕਾਨ ਨਾਲ ਵੀ ਇਮੋਸ਼ਨ ਜੁੜੇ ਹੋਏ ਆ। ਇਹ ਸਾਡੀ ਵਿਰਾਸਤਾਂ ਨੇ ਤੇ ਅਸੀਂ ਹਰ 4-5 ਸਾਲ ਬਾਅਦ ਇਹਦੀ ਰਿਪੇਅਰ ਮੰਗਦੇ ਆ। ਇੱਥੇ ਕੋਈ ਜ਼ਿਆਦਾ ਪੈਸੇ ਨਹੀਂ ਲੱਗੇ, 70 ਗਜ ਹੈ। ਜੇ ਸਰਕਾਰ ਨਹੀਂ ਸੰਭਾਲ ਸਕਦੀ ਸਾਨੂੰ ਰਿਟਰਨ ਦੇ ਦੇਣ, ਅਸੀਂ ਸੰਭਾਲ ਲਾਂਗੇ। ਅਸੀਂ ਆਪਣੇ ਘਰ ਵੀ ਸੰਭਾਲਦੇ, ਪਹਿਲਾਂ ਵੀ ਸੰਭਾਲਿਆ ਸੀਗਾ ਤੇ ਹੁਣ ਵੀ ਮੰਦਿਰ ਵੀ ਸੰਭਾਲਦੇ, ਸਭ ਕੁਝ ਸੰਭਾਲਦੇ, ਅਸੀਂ ਇਹ ਵੀ ਸੰਭਾਲ ਲਾਂਗੇ। ਔਰ ਅੱਜ ਤੱਕ ਸਰਕਾਰ ਨੇ ਸੰਭਾਲਿਆ ਤੇ ਸਰਕਾਰ ਫਿਰ ਬਿੱਲ ਕਿਉਂ ਨਹੀਂ ਪੇ ਕਰਦੀ? ਇਸ ਮਕਾਨ ਦਾ ਬਿੱਲ ਵੀ ਅੱਜ ਤੁਸੀਂ ਵੀ ਕਰਦੇ ਹੋ। ਮੈਂ ਕਹਿੰਦਾ ਜੀ ਤੁਸੀਂ ਸਰਕਾਰ ਦਾ ਇੱਕ ਨੁਮਾਇੰਦਾ ਇੱਥੇ ਆਂਦਾ ਦੱਸ ਦਿਓ, ਇੱਥੇ ਬੁਲਾਣਾ ਪੈਂਦਾ। ਅੱਜ ਤੱਕ ਕਦੀ ਕੋਈ ਚੀਫ ਮਿਨਿਸਟਰ ਆਇਆ ਇੱਥੇ? ਦੇਖੋ ਮੈਂ ਛੋਟੇ ਹੁੰਦੇ ਸੁਣਿਆ ਹੈ ਕਿ ਇੱਥੇ ਬੇਅੰਤ ਸਿੰਘ ਜੀ ਜ਼ਰੂਰ ਆਏ ਸੀਗੇ ਤੇ ਉਹਨਾਂ ਨਾਲ ਉਸ ਟਾਈਮ ਐਮਪੀ ਹੁੰਦੇ ਸੀਗੇ ਗੁਰਚਰਨ ਸਿੰਘ ਗਾਲਬ ਜੀ, ਉਹਨਾਂ ਨੇ ਵੀ ਬੜੀ ਜਹਿਦ ਕੀਤੀ ਸੀ ਕਿ ਮਕਾਨ ਖਾਲੀ ਕਰਾਇਆ ਜਾਵੇ। ਮਗਰ ਤੁਹਾਨੂੰ ਪਤਾ ਸੀਐਮ ਆਪ ਨਹੀਂ ਕਰ ਸਕਦਾ, ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁੰਦੇ ਆ। ਅੱਜ ਵੀ ਕੈਪਟਨ ਸਾਹਿਬ ਨੇ 1 ਕਰੋੜ ਰੁਪਏ ਪਾਸ ਕੀਤਾ ਹੋਇਆ, ਅਸੀਂ ਉਹਨਾਂ ਦਾ ਧੰਨਵਾਦ ਅੱਜ ਵੀ ਕਰਦੇ ਹਾਂ। 1 ਕਰੋੜ ਰੁਪਏ ਕਿੱਥੇ ਗਿਆ? ਉਹ ਕਰੋੜ ਰੁਪਏ ਪਾਸ ਜ਼ਰੂਰ ਹੈ, ਮਗਰ ਪ੍ਰਸ਼ਾਸਨ ਦੇ ਜਿਹੜੇ ਉਹਨਾਂ ਦੇ ਅਧਿਕਾਰੀ ਹੈ ਉਹ ਇੱਕ ਰਿਪੋਰਟ ਲੈਣ ਲਈ 3-3 ਮਹੀਨੇ ਲਾ ਦਿੰਦੇ ਆ। ਦੱਸੋ, ਐਸਡੀਐਮ ਕਲੈਕਟਰ ਨੂੰ ਇੱਕ ਬਿਲਡਿੰਗ 40-50 ਗਜ ਦੀ ਐਕਵਾਇਰ ਕਰਨ ਲਈ ਲਾਇਆ ਹੋਇਆ ਹੈ ਤੇ ਇੱਕ ਰਿਪੋਰਟ ਭੇਜਣੀ ਉਹਨਾਂ ਨੇ। ਐਕਵਾਇਰ ਹੋ ਰਿਹਾ, ਸਭ ਕੁਝ ਹੋ ਰਿਹਾ, ਪੈਸੇ ਵੀ ਪਏ, ਨਕਸ਼ਾ ਵੀ ਪਾਸ, ਸਭ ਕੁਝ ਪਾਸ ਹੋਇਆ ਹੈ। ਸਿਰਫ 3 ਲਾਈਨਾਂ ਦੇ ਵਿੱਚ ਕੰਮ ਹੋਣਾ। ਇੱਕ ਹੈਗੀ ਹੈ ਇਹਦੀ ਰਿਪੋਰਟ ਜਾਣੀ ਹੈ, ਨਿਸ਼ਾਨਦੇਹੀ ਵਗੈਰਾ। ਇੱਕ ਹੈਗੀ ਸੋਸ਼ਲ ਅਸੈਸਮੈਂਟ ਰਿਪੋਰਟ ਹੁੰਦੀ ਹੈ। ਤੀਸਰਾ ਖਰਚਾ ਬੰਨਾ ਹੁੰਦਾ। ਮੈਂ ਕਹਿੰਦਾ ਤਿੰਨਾਂ ਕੰਮਾਂ ਨੂੰ 1-1 ਮਹੀਨਾ ਲਾ ਲਓ ਤੁਸੀਂ, ਫਿਰ ਵੀ 3 ਮਹੀਨੇ ਦਾ 23 ਮਾਰਚ ਨੂੰ ਲੰਘੇ ਹੋ ਗਏ। ਜਾਂ ਡੀਸੀ ਸਾਹਿਬ ਆਪ ਇੱਥੇ ਅਨਾਉਂਸ ਕਰਕੇ ਗਏ ਕਿ ਐਸਡੀਐਮ ਨੂੰ ਕਲੈਕਟਰ ਲਾਤਾ ਗਿਆ ਲੋਕਲ ਬੋਡੀ ਵੱਲੋਂ। ਸਾਨੂੰ ਤਾਂ ਸ਼ਰਮ ਆਉਂਦੀ ਹੈ, ਸਾਨੂੰ ਤਾਂ ਮੀਡੀਆ ਰਾਹੀਂ ਵੀ ਬੋਲਦੇ ਹੁਣ ਸ਼ਰਮ ਆਉਂਦੀ ਕਿ ਸਾਡੀ ਤਾਂ ਬੱਸ ਹੋ ਚੁੱਕੀ ਹੈ। 9 ਸਾਲ ਹੋ ਗਏ ਇਸ ਰਸਤੇ ਦੇ ਸੰਘਰਸ਼ ਨੂੰ। 50-60 ਸਾਲ ਤਾਂ ਸਾਡੇ ਇਸ ਰਾਸ਼ਟਰੀ ਧਰੋਹਰ ਜਿਹੜੀ ਹੈ ਸਾਡੀ, ਜਿਹਨੂੰ ਅਸੀਂ ਮੱਥਾ ਟੇਕਦੇ ਹਾਂ, ਉਹਨੂੰ ਬਚਾਉਂਦੇ ਨੂੰ ਹੋ ਗਏ। ਮਤਲਬ 3 ਫਲੋਰ ਮਕਾਨ ਆ, ਜਿਵੇਂ ਕਿ ਬਾਹਰੋਂ ਅਸੀਂ ਦੇਖਿਆ ਕਿ 3 ਮੰਜ਼ਲੇ ਮਕਾਨ ਆ। ਸੋ ਇਹ ਫਲੋਰ ਜਿਹੜਾ ਸੀਗਾ, ਜਿਹੜੀ ਸੂਦ ਫੈਮਿਲੀ ਕੋ ਸੀਗਾ। ਦੇਖੋ ਜੀ, ਇਹ 9 ਘਰਾਂ ਮੁਹੱਲਾ ਹੈ ਜਿਹੜਾ ਇਹ 450-500 ਸਾਲ ਪਹਿਲਾਂ ਮੁਹੰਮਦ ਗਜਨੀ ਤੋਂ ਲੜਦੇ ਹੋਏ ਥਾਪਰ ਪਰਿਵਾਰ ਇੱਥੇ ਆ ਕੇ ਬਸੇ ਸੀਗੇ। ਇੱਥੇ ਥੱਲੇ ਕੋਈ ਹੋਰ, ਉੱਪਰ ਕੋਈ ਹੋਰ, ਉਸ ਤੋਂ ਉੱਪਰ ਕੋਈ ਹੋਰ, ਐਦਾਂ ਸੀਗਾ। ਮਤਲਬ ਥਾਪਰਾਂ ਦਾ ਹੀ ਸੀਗਾ। ਜਿਹੜੇ ਕਿ ਜੇਸੀਟੀ ਵਾਲੇ ਥਾਪਰ ਆ ਉਹ ਵੀ ਇੱਥੋਂ ਹੀ ਗਏ ਹੋਏ ਆ। ਕਿਤੇ ਵੀ ਵਰਲਡ ਦੇ ਵਿੱਚ ਥਾਪਰ ਬੈਠਾ ਉਹ ਇੱਥੋਂ ਹੀ ਗਿਆ ਹੋਇਆ। ਆਪਸ 'ਚ ਕਜ਼ਨ ਸੀਗੇ, ਠੀਕ ਹੈ। ਉਸ ਤੋਂ ਬਾਅਦ ਇਹ ਜਿਹੜਾ ਹੈਗਾ 70 ਗਜ ਜਗ੍ਹਾ, ਜਿਹੜੀ 2 ਕਮਰੇ ਤੇ ਇੱਕ ਪੈਸੇਜ ਹੈ, ਇਹ ਮੁਲਖ ਰਾਜ ਜੀ ਦੇ ਨਾਮ ਹੈ। ਅੱਜ ਵੀ ਕਾਰਪੋਰੇਸ਼ਨ ਤੁਸੀਂ ਰਜਿਸਟਰ ਜਾ ਕੇ ਦੇਖ ਲਓ, ਮੁਲਖ ਰਾਜ ਜੀ ਦੇ ਨਾਮ ਹੈ ਜਗ੍ਹਾ। ਉਹਨਾਂ ਦੇ ਤਾਇਆ ਜੀ ਸੀਗੇ ਸੁਖਦੇਵ ਜੀ ਦੇ, ਤੇ ਇਹ ਇੱਥੇ ਉਹਨਾਂ ਦਾ ਜਨਮ ਹੋਇਆ। ਇਹ ਸੁਖਦੇਵ ਥਾਪਰ ਜੀ ਦੀ ਮਾਲਕੀਅਤ ਨਹੀਂ ਹੈ, ਉਹਨਾਂ ਦੇ ਫਾਦਰ ਦੀ ਉਹਨਾਂ ਦੇ ਚਾਚੇ ਦੀ ਮਾਲਕੀਅਤ ਹੈ। ਜਨਮ ਹੋਇਆ ਇੱਥੇ, ਉਹਨਾਂ ਦਾ ਜਨਮ ਹੋਇਆ ਇੱਥੇ। ਸੋ ਅੱਜ ਕੀ ਹੁਣ ਡਿਮਾਂਡ ਕਰਦੇ ਹੋ? ਹਾਲਾਤ ਅਸੀਂ ਦਿਖਾਏ ਨੇ, ਖਸਤਾ ਹਾਲਤ ਨੇ। ਸਰਕਾਰ ਨੇ ਕੇਅਰ ਟੇਕਰ ਜਿਹੜਾ ਬਿਠਾਇਆ ਹੋਇਆ ਵਾ, ਸਰਕਾਰ ਦੇ ਅੰਡਰ ਹੈ। ਸੋ ਅੱਜ ਕੀ ਡਿਮਾਂਡ ਕਰਦੇ ਹੋ ਤੁਸੀਂ? ਦੇਖੋ, ਕੇਅਰ ਟੇਕਰ ਜਦ ਸ਼ੁਰੂ 'ਚ ਮੀਹਾਂ ਸਿੰਘ ਜੀ ਆਏ, ਉਹ ਆਪ ਇਹਨੂੰ ਸਾਫ਼ ਕਰਦੇ ਸੀ, ਸਭ ਕੁਝ ਕਰਦੇ ਸੀਗੇ। ਇੱਥੇ ਜਿਹੜਾ ਬੰਦਾ ਆਂਦਾ ਸੀ, ਕਿਉਂਕਿ ਉਹ ਕਰਤਾਰ ਸਿੰਘ ਸਰਾਭਾ ਜੀ ਦੇ ਵੀ ਰਹੇ ਹੈ, ਉੱਥੇ ਤੁਸੀਂ ਜਾ ਕੇ ਦੇਖੋਗੇ, ਉੱਥੇ ਉਹਨਾਂ ਨੇ ਮੰਦਿਰ ਬਣਾਇਆ ਹੋਇਆ। ਕੋਈ ਬੰਦਾ ਗਲਤ ਕੰਮ ਕਰਦਾ, ਉੱਥੇ ਜਾ ਕੇ ਮਾਫੀ ਮੰਗਦਾ। ਇੱਥੇ ਵੀ ਇਹੀ ਹਿਸਾਬ ਉਹਨਾਂ ਨੇ ਬਣਾਇਆ ਹੋਇਆ ਸੀਗਾ। ਇੱਥੇ ਕਈ ਬੰਦੇ ਆਪਣੀ ਸ਼ਰਾਬ ਛੱਡ ਗਏ, ਕਈ ਬੰਦੇ ਇੱਥੇ ਕਿਸੇ ਦੀ ਮੰਨਤ ਨਹੀਂ ਪੂਰੀ ਹੁੰਦੀ ਸੀ। ਇੱਕ ਤੁਹਾਨੂੰ ਹੋਰ ਗੱਲ ਦੱਸ ਦੇਵਾਂ, ਜਿਹੜਾ ਬਾਹਰ ਪੀਪਲ ਦਾ ਪੇੜ ਹੈ, ਇਹ ਬਹੁਤ ਪੁਰਾਣਾ ਪੇੜ ਹੈ। ਇੱਥੇ ਤੀਆਂ ਦਾ ਮੇਲਾ ਵੀ ਲੱਗਦਾ ਸੀਗਾ, ਔਰ ਅੱਜ ਦੀ ਡੇਟ 'ਚ ਠੰਡੜੀ ਮਾਤਾ ਦਾ ਮੇਲਾ ਵੀ ਲੱਗਦਾ। ਉੱਪਰੋਂ ਇੱਕ ਸ਼ਹੀਦ ਦਾ ਜਨਮ ਸਥਾਨ ਹੋਵੇ, ਕਿਹਦੀ ਨਹੀਂ ਮੰਨਤ ਪੂਰੀ ਹੋਊਗੀ? ਸਾਡੇ ਇਸ ਚੀਜ਼ ਨਾਲ ਇਮੋਸ਼ਨਸ ਜੁੜੇ ਹੋਏ ਆ। ਔਰ ਹੁਣ ਜਿਹੜਾ ਹੈ ਨੌਜਵਾਨ ਮੁੰਡਾ ਇੱਥੇ ਕੇਅਰ ਟੇਕਰ ਹੈਗਾ, ਇਹ ਆਂਦਾ ਡਿਊ ਟੂ ਕੋਵਿਡ। ਇਹ ਨਹੀਂ ਆ ਰਿਹਾ ਸੀਗਾ ਕੁਝ ਦਿਨਾਂ ਤੋਂ, ਕਿਉਂਕਿ ਦੂਰੋਂ ਆਂਦਾ ਕੋਵਿਡ ਕਰਕੇ। ਮੈਨੂੰ ਨਹੀਂ ਪਤਾ ਇਹਨਾਂ ਕੋਲ ਪਰਮਿਸ਼ਨ ਹੈਗੀ ਨਹੀਂ ਹੈਗੀ ਹੈ, ਬਟ ਇਹ ਆ ਨਹੀਂ ਰਿਹਾ ਸੀਗਾ ਕਿਉਂਕਿ ਕੋਵਿਡ ਚੱਲ ਰਿਹਾ ਸੀਗਾ। ਹੁਣ 1-2 ਦਿਨਾਂ ਤੋਂ ਸਾਰਾ ਕੁਝ ਖੁੱਲਣਾ ਸ਼ੁਰੂ ਹੋਇਆ, ਤੇ ਇਹ 1-2 ਦਿਨ ਤੋਂ ਤੇ ਨੈਚੁਰਲ ਹੈ ਕਿ ਆਏਗਾ ਤੇ ਲੜਕਾ ਉਸ ਤੋਂ ਬਾਅਦ ਹੀ ਸਫਾਈ ਕਰੇਗਾ। 2 ਮਹੀਨੇ ਕੌਣ ਸਫਾਈ ਕਰਦਾ ਫਿਰ? ਜਾਲੇ ਅੱਜ ਜਦੋਂ ਅਸੀਂ ਆਏ ਅੰਦਰ, ਉਹਦੇ ਜਾਲੇ ਲੱਗੇ ਸੀ ਮਕਾਨ ਦੇ ਅੰਦਰ। ਗੰਦਗੀ ਸੀ। ਅੱਜ ਹੀ ਪਤਾ ਲੱਗਿਆ ਕਿ ਪੁਰਾਣੀ ਬਿਲਡਿੰਗ ਹੈ ਜੀ, ਜਾਲੇ ਤਾਂ ਲੱਗਣ ਗਈ। ਜਦ ਬਿਲਡਿੰਗ 1.5 ਸਾਲ ਇੱਥੇ ਬੰਦ ਪਈ ਹੈ, ਤਦ ਇੱਥੇ ਤਰੇੜਾਂ ਇੰਨੀਆਂ ਵੱਡੀਆਂ ਆ ਗਏ ਸੀ, ਦੀਵਾਰਾਂ ਪਾੜ ਗਈਆਂ ਸੀਗੀਆਂ। ਇਹ ਪੁਰਾਣੀਆਂ ਬਿਲਡਿੰਗ ਹੈ, ਇਹਨਾਂ ਨੂੰ ਰਿਪੇਅਰ ਚਾਹੀਦੀ ਹੈ। ਸਾਡੇ ਕੋਲ ਵੀ ਇੱਕ ਚਾਬੀ ਸੀਗੀ ਜਦ ਇਹ ਮੀਟਿੰਗ ਹੋਈ ਹੈ। ਸਾਡੇ ਘਰ ਚੋਰੀ ਹੋਣ ਤੋਂ ਬਾਅਦ ਉਹ ਚਾਬੀ ਸਾਡੀ ਗੁੰਮ ਗਵਾ ਗਈ, ਨਾ ਸਰਕਾਰ ਤੋਂ ਮੰਗੀ ਹੈ। ਕਿਉਂਕਿ ਮੁੰਡਾ ਆਂਦਾ ਸੀ, ਬਹੁਤ ਵਧੀਆ ਸਫਾਈ ਕਰਦਾ ਸੀਗਾ, ਸਾਰਾ ਕੁਝ ਇੱਥੇ ਆਨੇ ਆ ਕੇ ਧੋਣਾ, ਅਸੀਂ ਸੈਟੀਸਫਾਈਡ ਸੀਗੇ ਕਿ ਚਲੋ ਵਧੀਆ ਕਲਰਕ ਲੱਗਿਆ ਹੋਇਆ, ਸਫਾਈ ਕਰ ਰਿਹਾ ਕੋਈ। ਸਾਨੂੰ ਇਹਦੇ ਨਾਲ ਸਾਡਾ ਕੋਈ ਗਿਲਾ ਨਹੀਂ ਹੈਗਾ ਕਲਰਕ ਨਾਲ। ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਬੈਠੇ ਆ, ਡੀਸੀ ਸਾਹਿਬ ਨੂੰ ਸਾਡੀ ਬੇਨਤੀ ਹੈ ਕਿ ਸਰ, ਰਿਕੁਐਸਟ ਹੈ ਤੁਹਾਨੂੰ ਮੀਡੀਆ ਰਾਹੀਂ, ਤੁਹਾਡੇ ਰਾਹੀਂ, ਕਿ ਇਹਦੀ ਕੇਅਰ ਟੇਕਿੰਗ ਦਾ ਧਿਆਨ ਰੱਖੋ, ਰਸਤਾ ਦਿਓ। ਰਸਤੇ ਨਾਲ ਲੋਕੀ ਹੁਣ ਰਸਤੇ ਨੂੰ ਲੈ ਕੇ ਵੀ ਅਸੀਂ ਗੱਲਬਾਤ ਕਰਾਂਗੇ। ਇੱਕ ਵਾਰੀ ਬਾਹਰ ਆਪਾਂ ਨਾਲ ਦੀ ਨਾਲ ਚੱਲਦੇ ਹਾਂ, ਤਸਵੀਰਾਂ ਦਿਖਾਵਾਂਗੇ। ਸੋ ਲੰਬੇ ਸਮੇਂ ਦੀ ਲੜਾਈ ਚੱਲ ਰਹੀ ਹੈ ਇਸ ਮਕਾਨ ਨੂੰ ਲੈ ਕੇ, ਕਿਉਂਕਿ ਸ਼ਹੀਦ ਸੁਖਦੇਵ ਥਾਪਰ ਦਾ ਸਥਾਨ ਹੈਗਾ, ਜਨਮ ਸਥਾਨ ਹੈਗਾ ਵਾ। ਸੋ ਇਹ ਖਾਲੀ ਮਕਾਨ ਜਿਹੜਾ ਵਾ ਟਰਸਟ ਵੱਲੋਂ ਜਿਹੜਾ ਵਾ ਖਾਲੀ ਕਰਵਾ ਲਿੱਤਾ ਗਿਆ ਸੀ ਮਕਾਨ ਨੂੰ ਪੈਸੇ ਦੇ ਕੇ। ਸੋ ਅੱਜ ਇਹ ਰਸਤੇ ਨੂੰ ਲੈ ਕੇ ਇੱਕ ਜਿਹੜੀ ਲੜਾਈ ਚੱਲ ਰਹੀ ਆ। ਸੋ ਸਾਹਮਣੇ ਇੱਕ ਰਸਤਾ ਦਿਖਾ ਦਿੰਦੇ ਆ।
ਸੋ ਇਸ ਮਕਾਨ ਤੱਕ ਆਉਣਾ ਮੁਸ਼ਕਲ ਹੈਗਾ ਕਿਉਂਕਿ ਭੀੜੀ ਗਲੀਆਂ ਹੈਗੀਆਂ ਨੇ। ਸੋ ਇਹ ਰਸਤੇ ਨੂੰ ਲੈ ਕੇ ਹੁਣ ਮੰਗ ਉੱਠੀ ਆ। ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਪਿੱਪਲ ਦਾ ਪੇੜ ਜਿਹੜਾ ਵਾ ਕਟਿੰਗ ਕੀਤਾ ਹੋਇਆ ਵਾ। ਸੋ ਜਿਸ ਮਕਾਨ ਦੇ ਉੱਤੇ ਬਲੈਕ ਕਲਰ ਦੀ ਪਾਣੀ ਦੀ ਟੈਂਕੀ ਲੱਗੀ ਹੋਈ ਆ, ਇਹ ਰਸਤਾ ਬਾਹਰ ਜਿਹੜਾ ਵਾ ਜਾਂਦਾ ਵਾ। ਸੋ ਗੱਲਬਾਤ ਕਰਦੇ ਸੀ, ਇਹ ਰਸਤਾ ਕਿਸ ਤਰਫ ਜਾਂਦਾ ਵਾ, ਕਿਉਂ ਲੜਾਈ ਇਸ ਰਸਤੇ ਨੂੰ ਲੈ ਕੇ ਹੈਗੀ ਹੈ? ਦੇਖੋ ਜੀ, ਇਹ ਰਸਤਾ ਅਸੀਂ ਤਾਂ ਉਸ ਟਾਈਮ ਜੰਮੇ ਵੀ ਨਹੀਂ ਸੀਗੇ। ਇੱਥੇ ਜੈ ਸਿੰਘ ਗਿੱਲ ਹੁੰਦੇ ਸੀਗੇ, ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ। ਉਹ ਰਸਤਾ ਕੱਢਣ ਉਸ ਟਾਈਮ ਆਏ ਸੀਗੇ, ਮਗਰ ਇੱਥੇ ਰੈਸ਼ਾਂ ਬਹੁਤ ਸੀਗੀਆਂ, ਬਿਲਡਿੰਗਾਂ ਉਸ ਟਾਈਮ ਜ਼ਿਆਦਾ ਸੀਗੀਆਂ, ਕੋਈ ਨਿਸ਼ਾਨਦੇਹੀ ਵਗੈਰਾ ਨਹੀਂ ਹੋਈ ਸੀਗੀ। ਜਦ ਇਹ ਡਾਕੂਮੈਂਟੇਸ਼ਨ 2011-12 ਤੋਂ ਸ਼ੁਰੂ ਹੋਈ ਹੈ, ਇਹਦੀ ਇੱਥੇ ਅਨਿਲ ਜੋਸ਼ੀ ਸੀਗੇ ਆਪਣੇ ਲੋਕਲ ਬੋਡੀ ਮਿਨਿਸਟਰ, ਉਹਨਾਂ ਵੱਲੋਂ ਇੱਕ ਚਿੱਠੀ ਮਾਰਕ ਹੋਈ ਹੈ। ਉਹਦੇ ਵਿੱਚ ਇੱਕ ਨਜਾਇਜ਼ ਕਬਜ਼ਾ ਸੀਗਾ 300 ਗਜ ਦਾ, ਉਹ ਦੁਬਾਰ 2019 26 ਦਸੰਬਰ ਨੂੰ ਕਾਰਪੋਰੇਸ਼ਨ ਵੱਲੋਂ ਤੋੜੀ ਗਈ ਹੈ। ਉਸ ਤੋਂ ਬਾਅਦ ਇਹਦੇ ਵਿੱਚ 3 ਬਿਲਡਿੰਗਾਂ ਆਉਂਦੀਆਂ, ਜਿਹਦੇ ਵਿੱਚ ਇੱਕ ਬਿਲਡਿੰਗ ਸਾਨੂੰ ਡੋਨੇਟ ਕੀਤੀ ਗਈ ਹੈ ਸਾਬਕਾ ਕਾਉਂਸਲਰ ਸੁਨੀਲ ਮਹਿਰਾ ਜੀ ਵੱਲੋਂ। ਸਭ ਤੋਂ ਫਰੰਟ ਤੇ ਬਿਲਡਿੰਗ ਉਹੀ ਹੈ, ਜੇ ਤੁਸੀਂ ਚੌੜਾ ਬਾਜ਼ਾਰ ਵੱਲੋਂ ਆਓਗੇ ਐਂਟਰ ਕਰੋਗੇ ਉਹੀ ਬਿਲਡਿੰਗ ਹੈ। ਉਸ ਤੋਂ ਬਾਅਦ ਇੱਕ 2 ਫੁੱਟ ਰਸਤਾ ਖੁੱਲ ਜਾਂਦਾ ਤੇ ਰਸਤਾ ਕਿੱਥੇ ਜਾਵੇਗਾ? ਇਹ ਸਿੱਧਾ ਇੱਥੋਂ ਖੜ ਕੇ ਸਾਹਮਣੇ ਚੌੜਾ ਬਾਜ਼ਾਰ ਨਜ਼ਰ ਆਵੇਗਾ ਜੀ। ਓਕੇ। ਤੇ ਉਹੀ ਗੱਲ ਹੈ, ਜੇ ਤੁਸੀਂ ਇੱਕ ਦੁਕਾਨ ਮਾਲ ਰੋਡ ਤੇ ਹੋਵੇ ਜਾਂ ਕਿਤੇ ਹੋਵੇ, ਫ੍ਰੀ ਦੀ ਮਸ਼ਹੂਰੀ ਹੁੰਦੀ, ਪਤਾ ਲੱਗਦਾ ਹੈ ਜੀ। ਹਰ ਬੰਦੇ ਨੂੰ ਆਉਣ ਜਾਣ ਵਾਲੇ ਨੂੰ ਪਤਾ ਲੱਗੇਗਾ ਸੁਖਦੇਵ ਜੀ ਦਾ ਘਰ ਇੱਥੇ ਹੈ, ਕਿਉਂਕਿ ਚੌੜਾ ਬਾਜ਼ਾਰ ਅੱਜ ਵੀ ਤੁਸੀਂ ਚਲੇ ਜਾਓ ਉਹਨਾਂ ਨੂੰ ਨਹੀਂ ਕਿ ਸੀਐਮ ਅੱਜ ਤੱਕ ਇਸ ਮਕਾਨ ਤੱਕ ਨਹੀਂ ਪਹੁੰਚਿਆ ਕਿ ਭੀੜੀ ਗਲੀ। ਸਿਕਿਉਰਿਟੀ ਰੀਜ਼ਨ ਕਹਿ ਦਿੰਦੇ ਸੀ ਸਾਨੂੰ। ਅਸੀਂ ਕੈਪਟਨ ਸਾਹਿਬ ਨੂੰ ਜਦ ਸਰਕਾਰ ਬਣੀ ਵੋਟਾਂ ਲੈਣੀਆਂ ਹੁੰਦੀ ਉਦੋਂ ਸਿਕਿਉਰਿਟੀ ਨਹੀਂ ਜਾਂਦਾ। ਮੈਂ ਕਿਹਾ ਜੀ ਉਸ ਟਾਈਮ ਤਾਂ ਇਹਨਾਂ ਨੂੰ ਆਪਣਾ ਡਰ ਹੁੰਦਾ ਕਿ ਅਸੀਂ ਦੁਬਾਰਾ ਆਣਾ ਕਿ ਨਹੀਂ ਆਣਾ। ਹੁਣ ਵੀ 6 ਮਹੀਨੇ ਬਾਅਦ ਇਲੈਕਸ਼ਨ ਹੈ, ਕਿਆ ਅਸੀਂ ਇਹਨਾਂ ਦਾ ਸਪੋਰਟ ਕਰਾਂਗੇ? ਨਹੀਂ ਕਰਾਂਗੇ। ਜੇ ਸਾਡਾ ਕੰਮ ਨਹੀਂ ਹੋਊਗਾ ਅਸੀਂ ਕਿੱਥੋਂ ਸਪੋਰਟ ਕਰਾਂਗੇ ਇਹਨਾਂ ਦੀ? ਕਾਉਂਸਲਰ ਕਾਂਗਰਸ ਦਾ, ਐਮਐਲਏ ਸੁਰਿੰਦਰ ਡਾਵਰ ਜੀ ਕਾਂਗਰਸ ਦੇ, ਕਿਆ ਸੁਰਿੰਦਰ ਡਾਵਰ ਜੀ ਆਪ ਚਾਹਣਗੇ ਕਿ ਉਹਨਾਂ ਦਾ ਵਿਰੋਧ ਹੋਵੇ? ਮੈਂ ਕਹਿੰਦਾ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਮੀਡੀਅਮ ਜਗਬਾਣੀ ਰਾਹੀਂ ਕਿ ਸਰ ਆਓ ਕੰਮ ਕਰਾਓ, ਤੁਹਾਡੇ ਲਈ ਤਾਂ 15-20 ਦਿਨਾਂ ਦਾ ਕੰਮ ਹੈ। ਉਸ ਤੋਂ ਬਾਅਦ ਇਤਿਹਾਸ ਗਵਾਹ ਰਹੂਗਾ ਕਿ ਸੁਰਿੰਦਰ ਡਾਵਰ ਐਮਐਲਏ ਜੀ ਨੇ ਹੀ ਰਸਤਾ ਕਢਾ ਕੇ ਦਿੱਤਾ ਸੀ, ਜਿਹਦੀ ਲੜਾਈ ਕਈ ਸਾਲਾਂ ਤੋਂ ਚੱਲ ਰਹੀ ਸੀਗੀ। ਸੋ ਜਿਵੇਂ ਹੁਣ ਮਕਾਨ ਦੀ ਸੀ ਤਸਵੀਰਾਂ ਦਿਖਾਈਆਂ ਨੇ, ਅਗਰ ਇਸ ਮਕਾਨ ਨੂੰ ਸਰਕਾਰ ਕੁਝ ਚੇਂਜਸ ਲਿਆਂਦੀ ਹੈ, ਕੀ ਡਿਮਾਂਡ ਕੀਤੀ ਜਾਂਦੀ ਹੈ, ਇੱਥੇ ਕੀ ਬਣਾਇਆ ਜਾਵੇ? ਡਿਮਾਂਡ ਤਾਂ ਸਾਡੀ ਦੇਖੋ ਕਰੋੜ ਰੁਪਇਆ ਬਹੁਤ ਹੁੰਦਾ ਜੀ, ਕਈ ਵਾਰ ਕਰੋੜ ਰੁਪਇਆ ਅਨਾਉਂਸ ਹੋਇਆ, ਮਗਰ ਅਨਾਉਂਸਮੈਂਟ ਹੀ ਰਹਿ ਜਾਂਦੀ ਹੈ। ਹੁਣ ਮੇਰੀ ਇਹ ਬੇਨਤੀ ਹੈ ਕਿ ਥੱਲੇ ਤਾਂ ਜੋ ਬਿਊਟੀਫਿਕੇਸ਼ਨ ਦਾ ਕੰਮ ਹੈ, ਕੋਈ ਜ਼ਿਆਦਾ ਪੈਸੇ ਨਹੀਂ ਲੱਗੇ, 5-7 ਲੱਖ ਰੁਪਏ ਦਾ ਕੰਮ ਹੈ ਜੀ। ਬਾਹਰ ਇੱਥੇ ਪੌਦੇ ਲਾਏ ਜਾਣ, ਜਿਹੜੇ ਸਕੂਟਰ ਵਗੈਰਾ ਪਾਰਕਿੰਗ ਹੈ ਇਹਨਾਂ ਦੀ ਵਾਲ ਵਧੀਆ ਕੀਤੀ ਜਾਵੇ। ਜਿਹੜੇ ਉੱਪਰਲੇ 2 ਫਲੋਰ ਹੈ ਇਹ ਸਰਕਾਰ ਆਪ ਖਰੀਦ ਲਵੇ, ਉੱਪਰ ਜਿਹੜੇ ਮਾਲਕ ਰਹਿੰਦੇ ਉਹਨਾਂ ਤੋਂ ਖਰੀਦ ਕੇ ਉੱਪਰ ਲਾਇਬ੍ਰੇਰੀ ਵਗੈਰਾ ਬਣਾਈ ਜਾਵੇ, ਸ਼ਹੀਦਾਂ ਦਾ ਇਤਿਹਾਸ ਇੱਥੇ ਰੱਖਿਆ ਜਾਵੇ ਕਿ ਜਿਹੜੇ ਬੱਚੇ ਇੱਥੇ ਕਈ PhD ਕਰਨ ਵੀ ਆਉਂਦੇ ਉਹਨਾਂ ਨੂੰ ਪਤਾ ਲੱਗੇ ਕਿ ਜੀ ਹਾਂਜੀ ਸੁਖਦੇਵ ਜੀ ਦਾ ਇੱਥੇ ਜਨਮ ਸਥਾਨ ਹੈ, ਸ਼ਹੀਦਾਂ ਦਾ ਸਾਰਾ ਰਿਕਾਰਡ ਇੱਥੇ ਪਿਆ ਹੋਵੇ। ਇੱਕ ਤੁਹਾਨੂੰ ਹੋਰ ਗੱਲ ਦੱਸਦਾ, 3 ਜਿਹੜੇ ਲੈਟਰ ਹੈ ਸੁਖਦੇਵ ਜੀ ਨੇ ਆਪਣੀ ਮਾਤਾ ਜੀ ਨੂੰ ਲਿਖੇ ਸੀਗੇ, ਉਹ ਸਿਰਫ ਚੰਡੀਗੜ੍ਹ ਲੱਗੇ ਹੋਏ ਜਾਂ ਦਿੱਲੀ ਲੱਗੇ ਹੋਏ ਆ, ਇੱਥੇ ਨਹੀਂ ਲੱਗੇ ਹੋਏ। ਸੋ ਜਨਮ ਸਥਾਨ ਇੱਥੇ ਲੱਗਣੇ ਚਾਹੀਦੇ ਨੇ। ਉਸ ਤੋਂ ਬਾਅਦ ਉਹਦੀ ਓਰੀਜਨਲ ਕਾਪੀ ਸੈਂਟਰਲ ਗਵਰਨਮੈਂਟ ਕੋਲ ਹੈ, ਉਹ ਇੱਥੇ ਲਗਾਉਣ, ਇਹਨੂੰ ਰਾਸ਼ਟਰ ਧਰੋਹਰ ਬਣਾਉਣ। ਜਿੱਦਾਂ ਭਗਤ ਸਿੰਘ ਦੇ ਜੀ ਜਾਣੇ ਅਸੀਂ, ਉੱਥੇ ਤੁਸੀਂ ਜਾ ਕੇ ਦੇਖੋ ਸੀ, ਉਹਨਾਂ ਦਾ ਜੱਦੀ ਪਿੰਡ ਹੈ, ਜੱਦੀ ਪਿੰਡ ਹੈ ਸਿਰਫ, ਉੱਥੇ ਕਿੰਨਾ ਪੈਸਾ ਲੱਗਿਆ ਹੋਇਆ। ਤੁਸੀਂ ਕਰਤਾਰ ਸਿੰਘ ਸਰਾਭੇ, ਰੂਹ ਖੁਸ਼ ਹੁੰਦੀ ਹੈ, ਇੱਥੇ ਆ ਕੇ ਮਨ ਦੁਖਦਾ ਹੈ, ਇੱਥੇ ਆ ਕੇ ਮਨ ਦੁਖਦਾ ਹੈ। ਸਰਕਾਰਾਂ ਕਿਉਂ ਨਹੀਂ ਕਰਦੀਆਂ? ਮੈਂ ਤਾਂ ਸਮਝਦਾ ਹੀ ਹਿੰਦੂ ਸ਼ਹੀਦ ਹੈ ਤਾਂ ਕਰਕੇ ਵੋਟ ਬੈਂਕ ਦੀ ਰਾਜਨੀਤੀ ਹੈ, ਵੋਟ ਬੈਂਕ ਦੀ ਰਾਜਨੀਤੀ ਹੈ। ਲਾਲਾ ਲਾਜਪਤ ਰਾਏ ਦੇ ਚਲੇ ਜਾਓ ਤੁਸੀਂ ਜਗਰਾਉਂ, ਉੱਥੇ ਹਾਲ ਦੇਖ ਲਓ, ਸੇਮ ਹਾਲ ਹੈ। ਹਿੰਦੂਆਂ ਦੀ ਸੁਣਵਾਈ ਨਹੀਂ ਹੈਗੀ ਪੰਜਾਬ 'ਚ। ਸਰਕਾਰ ਨੂੰ ਕੋਈ ਸੋਚਣਾ ਚਾਹੀਦਾ, ਸਰਕਾਰ ਨੂੰ ਸੋਚਣਾ ਚਾਹੀਦਾ। ਅਸੀਂ ਤਾਂ ਕਹਿੰਦੇ ਆ ਕੈਪਟਨ ਸਾਹਿਬ ਤੁਸੀਂ ਆ ਕੇ ਇੱਕ ਵਾਰ ਆਪ ਤਾਂ ਦੇਖੋ, ਤੁਹਾਡੇ ਪਰਿਵਾਰ 'ਚ ਕੋਈ ਸ਼ਹੀਦ ਹੋਇਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਸ਼ਹੀਦ ਦਾ ਦੁੱਖ ਕੀ ਹੁੰਦਾ। ਸੋ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ, ਇੱਕ ਵਾਰ ਫਿਰ ਦਿਖਾ ਦਿੰਦੇ ਤਸਵੀਰਾਂ। ਖਸਤਾ ਹਾਲਤ ਆ ਮਕਾਨ ਦੀ, ਸ਼ਹੀਦ ਸੁਖਦੇਵ ਥਾਪਰ ਦਾ ਜਨਮ ਸਥਾਨ ਹੈਗਾ ਵਾ। ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਾਲਾਤ ਨੇ, ਖਸਤਾ ਹਾਲਤ ਹੋਈ ਆ, ਆਸ-ਪਾਸ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਨੇ। ਸੋ ਮੰਗ ਕੀਤੀ ਗਈ ਆ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ ਵੱਲੋਂ ਕਿ ਸਰਕਾਰ ਨੇ ਅਗਰ ਇਸ ਮਕਾਨ ਨੂੰ ਆਪਣੇ ਅੰਡਰ ਲਿੱਤਾ ਵਾ ਤਾਂ ਇਸ ਦੀ ਦੇਖਭਾਲ ਕਰੇ, ਇਸ ਦੀ ਜਿਹੜੀ ਸਫਾਈ ਆ ਉਹ ਕਰਾਵੇ, ਇਸ ਮਕਾਨ ਨੂੰ ਜਿਹੜਾ ਵਾ ਖਾਲੀ ਕਰਾ ਕੇ ਇਸ ਦੇ ਉੱਤੇ ਲਾਇਬ੍ਰੇਰੀ ਜਿਹੜੀ ਆ ਉਹ ਸਥਾਪਿਤ ਕੀਤੀ ਜਾਵੇ ਤਾਂ ਕਿ ਲੋਕਾਂ ਤੱਕ ਇੱਕ ਚੰਗਾ ਮੈਸੇਜ ਜਿਹੜਾ ਜਾਇਆ ਜਾਵੇ। ਸੋ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ, ਅਗਰ ਸਰਕਾਰ ਇਸ ਦਾ ਮਸਲਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਜੋ ਇਲੈਕਸ਼ਨ ਆਣੇ ਨੇ ਤਾਂ ਥਾਪਰ ਬਰਾਦਰੀ ਜਿਹੜੀ ਆ ਉਹ ਇਸ ਦਾ ਵਿਰੋਧ ਕਰੇਗੀ। ਸੋ ਇਹ 3 ਮੰਜ਼ਲਾ ਮਕਾਨ ਆ, 15 ਮਈ 1907 ਨੂੰ ਇਸੇ ਥਾਂ ਤੇ ਜਨਮ ਹੋਇਆ ਸੀਗਾ। ਉਹ ਕਰੀਬ 150 ਸਾਲ ਪੁਰਾਣਾ ਇਹ ਮਕਾਨ ਜਿਹੜਾ ਵਾ ਦੱਸਿਆ ਜਾ ਰਿਹਾ ਵਾ। 70 ਗਜ ਦੇ ਏਰੀਏ 'ਚ ਇਹ ਮਕਾਨ ਜਿਹੜਾ ਵਾ ਬਣਿਆ ਹੋਇਆ ਵਾ। ਸੋ ਜਿਵੇਂ ਕਿ ਦੱਸਿਆ ਕਿ 3 ਸਾਲ ਦੇ ਸਨ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ, ਸ਼ਹੀਦ ਸੁਖਦੇਵ ਥਾਪਰ ਜੀ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਹ ਆਪਣੀ ਮਾਤਾ ਜੀ ਦੇ ਨਾਲ, ਰਲੀ ਦੇਵੀ ਦੇ ਨਾਲ ਲਾਹੌਰ ਚਲੇ ਗਏ ਸੀਗੇ। ਸੋ ਅੱਜ ਵੀ ਇਹ ਮਕਾਨ ਜਿਹੜਾ ਵਾ ਖਸਤਾ ਹਾਲਤ ਦੇ ਵਿੱਚ ਆ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ ਇਸ ਦੀ ਦੇਖਭਾਲ ਕਰ ਰਿਹਾ ਸੀਗਾ। ਅੱਜ ਵੀ ਇਸ ਦਾ ਮਕਾਨ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਟਰਸਟ ਵੱਲੋਂ ਦਿੱਤਾ ਜਾ ਰਿਹਾ, ਹਾਲਾਂਕਿ ਸਰਕਾਰ ਦੇ ਅੰਡਰ
ਇਹ ਮਕਾਨ ਹੈਗਾ ਵਾ, ਪਰ ਅੱਜ ਵੀ ਟਰਸਟ ਜਿਹੜਾ ਵਾ ਇਸ ਦਾ ਬਿੱਲ ਅਦਾ ਕਰ ਰਿਹਾ ਵਾ ਔਰ ਮੰਗ ਕੀਤੀ ਗਈ ਹੈ ਸਰਕਾਰ ਇਸ ਮਸਲੇ ਨੂੰ ਹੱਲ ਕਰਾਵੇ ਔਰ ਇਸ ਦਾ ਇੱਕ ਰਸਤਾ ਜਿਹੜਾ ਵਾ ਬਾਹਰ ਚੌੜਾ ਬਾਜ਼ਾਰ ਨੂੰ ਜਾਂਦਾ ਵਾ ਉਸ ਨੂੰ ਵੀ ਖਾਲੀ ਕਰਾਉਣ ਦੀ ਜਿਹੜੀ ਹੈ ਸਰਕਾਰ ਅੱਗੇ ਟਰਸਟ ਵੱਲੋਂ ਇਹ ਮੰਗ ਕੀਤੀ ਗਈ ਆ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ।